ਲੈ ਵੀ ਦੋਸਤੋ, ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਪੇਸ਼ ਹੋ ਰਹੇ ਹਾਂ। ਅੱਜ ਅਸੀਂ ਬੈਠੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਦਾਤੇਵਾਸ, ਔਰ ਇੱਥੇ ਤੁਹਾਨੂੰ ਉਸ ਮਹਾਨ ਸ਼ਖਸੀਅਤ ਦੇ ਰੂਬਰੂ ਕਰਾ ਰਹੇ ਹਾਂ ਜਿਨ੍ਹਾਂ ਨੇ 1962, 1965 ਤੇ 1971 ਦੀਆਂ ਲੜਾਈਆਂ ਦੇ ਵਿੱਚ ਆਪਣੇ ਦੇਸ਼ ਵਾਸਤੇ ਆਪਣਾ ਯੋਗਦਾਨ ਪਾਇਆ। ਲਓ ਹੁਣ ਕਰਦੇ ਹਾਂ ਇਹਨਾਂ ਨਾਲ ਆਪਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। हाँ जी, अपना जी ਨਾਂ ਦੱਸਿਓ ਪਹਿਲਾਂ। ਸੂਬੇਦਾਰ ਦਰਸ਼ਨ ਸਿੰਘ ਆ ਜੀ ਮੇਰਾ ਨਾਮ। ਅੱਛਾ, ਤੇ ਤੁਸੀਂ ਇਹ ਦੱਸੋ ਵੀ ਤੁਹਾਡਾ ਜਨਮ ਤਰੀਕ ਕੀ ਹੈ? 29/9/42 ਨੂੰ ਹੋਇਆ ਜੀ ਮੇਰਾ ਜਨਮ। 29/9/1942 ਨੂੰ ਸਰ। ਤੁਸੀਂ ਕਦੋਂ ਭਰਤੀ ਹੋਏ ਤੇ ਕਿਹੜੀ ਰੈਜੀਮੈਂਟ 'ਚ ਭਰਤੀ ਹੋਏ ਜੀ? ਮੈਂ ਪਹਿਲਾਂ ਜੀ ਬੁਲਾਡੇ ਗਿਆ ਸੀਗਾ, ਬੁਲਾਡੇ ਭਰਤੀ ਨੇ ਫਿਰ ਜਾ ਕੇ ਮੇਲਟ ਭਰਤੀ ਮੈਂ ਹੋਈ ਜੀ 29/9/61 ਨੂੰ। 29/9/1961 ਨੂੰ? ਹਾਂ। ਅੱਛਾ ਜੀ, ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜੀ ਉੱਥੇ ਭਰਤੀ ਹੋਣ ਤੋਂ ਬਾਅਦ ਫਿਰ ਠੀਕ ਡਿਊਟੀ ਕੀਤੀ ਹੈ। ਠੀਕ ਹੈ ਜੀ। ਡਿਊਟੀ ਕਰਨ ਤੋਂ ਬਾਅਦ ਫਿਰ 28 ਦਿਨ ਛੁੱਟੀ ਵੀ ਕੱਟ ਕੇ ਗਏ ਆਰਾਮ ਨਾਲ। ਉਸ ਤੋਂ ਬਾਅਦ ਫਿਰ ਸਾਨੂੰ ਜੀ ਹੁਕਮ ਮਿਲ ਗਿਆ ਜਦੋਂ ਕਿ ਉੱਧਰੋਂ ਚੀਨ ਨਾਲ ਕੋਈ ਗੜਬੜ ਹੋਣ ਲੱਗੀ ਸੀ ਵੀ ਸਾਨੂੰ ਉਸ ਤੋਂ ਬਾਅਦ ਫਸਟ ਸਿੱਖ ਦੇ ਵਿੱਚ ਅਲਾਟਮੈਂਟ ਕੀਤਾ ਗਿਆ ਵੀ ਉੱਥੇ ਜਾਣਾਗਾ। ਫਿਰ ਅਸੀਂ ਫਸਟ ਸਿੱਖ ਦੇ ਵਿੱਚ ਗਏ। ਅੱਛਾ, ਫਸਟ ਸਿੱਖ ਦੇ ਵਿੱਚ? ਹਾਂ। ਅਸੀਂ ਫਸਟ ਸਿੱਖ ਦੇ ਵਿੱਚ ਕਿਹੜੀ ਜਗ੍ਹਾ ਪੋਸਟਿੰਗ ਗਏ ਜੀ ਤੁਸੀਂ? ਅਸੀਂ ਜਾ ਕੇ ਮਿਸਾਮਰੀ ਪਹੁੰਚੇ ਸੀ। ਮਿਸਾਮਰੀ ਤੋਂ ਫਿਰ ਅਸੀਂ ਟਵਾਂਗ ਪਹੁੰਚ ਗਏ ਸੀ। ਅੱਛਾ। ਟਵਾਂਗ ਤੋਂ ਬਾਅਦ ਫਿਰ ਅਸੀਂ ਅਗਾਂਹ ਆਪਣੇ ਪੋਸਟਾਂ 'ਤੇ ਪੀਰੀਲਾ, ਟੰਗਬਲਾ, ਜਿੱਥੇ ਕਿ ਸੂਬੇਦਾਰ ਜੋਗਿੰਦਰ ਸਿੰਘ ਦੇ ਸ਼ਹੀਦ ਹੋਏ ਨੇ ਲੜਾਈ ਲੜਦੇ, ਤੇ ਇਹਨਾਂ ਨਾਲ ਪੂਰਾ ਮੁਕਾਬਲਾ ਕਰਦੇ ਸੀ। ਉਸ 'ਤੇ 1 ਕਿਲੋਮੀਟਰ ਦੇ ਪਾਸੇ ਸਾਡਾ ਡਿਫੈਂਸ ਸੀਗਾ। ਅੱਛਾ, ਸੂਬੇਦਾਰ ਜੋਗਿੰਦਰ ਸਿੰਘ ਵੀਰ ਚੱਕਰ। ਹਾਂ। ਅੱਛਾ, ਉਸ ਤੋਂ ਬਾਅਦ ਤੁਸੀਂ ਅਗਲੀ ਮਤਲਬ ਜਦੋਂ ਲੜਾਈ ਸ਼ੁਰੂ ਹੋ ਗਈ, ਕਿਵੇਂ ਲੜਾਈ ਸ਼ੁਰੂ ਹੋਈ? ਲੜਾਈ ਜਦੋਂ ਉੱਥੇ ਉਹਨਾਂ ਸ਼ੁਰੂ ਹੋਣ ਤੋਂ ਬਾਅਦ ਸਾਨੂੰ ਹੁਕਮ ਮਿਲਿਆ ਵੀ ਫਟਾਫਟ ਵੀ ਆਪਣੇ 'ਤੇ ਹਮਲਾ ਹੋ ਗਿਆ। ਹਮਲਾ ਹੁੰਦਾ ਜਦੋਂ ਜੀਤ ਸਿੰਘ ਦੇ ਹੋਰਾਂ ਦੀ ਪਲਟਨ ਨੂੰ ਨੁਕਸਾਨ ਪਹੁੰਚਿਆ, ਪੂਰੀ ਕੰਪਨੀ ਨੂੰ। ਫਿਰ ਅਸੀਂ ਪਿੱਛੇ ਆ ਗਏ, ਬੈਕ ਆ ਕੇ ਅਸੀਂ ਜਦੋਂ ਆ ਕੇ ਦੇਖਿਆ, ਮਗਰੋਂ ਹੁਕਮ ਮਿਲ ਗਿਆ ਕਿ ਬਰਦਾਰ ਕਰੀ ਚੱਲੋ, ਬਰਦਾਰ ਕਰਿਓ। ਇਹ ਨਹੀਂ ਪਤਾ ਲੱਗਾ ਕਿਸ ਨੇ ਕੀਤਾ, ਕਿਹਨੇ ਨਹੀਂ ਕੀਤਾ, ਬਰਦਾਰ ਹੁੰਦਾ ਰਿਹਾ। ਆ ਗਏ ਅਸੀਂ ਟਵਾਂਗ, ਆਪਣੇ ਜਿਹੜਾ ਸਲਾਰੀਆ ਸੀ ਉੱਥੇ ਆਏ ਹਾਂ। ਉੱਥੇ ਆ ਕੇ ਦੇਖਿਆ ਪੂਰੇ ਅੱਗ ਲੱਗੀ ਪਈ ਆ, ਸਭ ਬੈਰਕਾਂ ਸੜ ਰਹੀਆਂ ਨੇ। ਮਗਰੋਂ ਜਾ ਕੇ ਉਹ ਅੱਗ ਕਿਵੇਂ ਬੰਬਾਰਮੈਂਟ ਨਾਲ ਲੱਗੀ? ਬੰਬਾਰਮੈਂਟ ਨਾਲ ਲੱਗੀ। ਕੁਛ ਉਹਨਾਂ ਨੇ ਲੋਕਾਂ ਨੂੰ ਭੜਕਾ ਕੇ ਕਿਵੇਂ ਲੱਗੀ ਵੀ ਪਿੱਛੋਂ ਬੁਲਾ ਵੀ ਆਪਾਂ ਨੂੰ ਚੀਨ ਆ ਗਿਆ ਕਰਕੇ ਪਿੱਛੇ ਦਬਾਉਂਦੇ ਰਹੇ ਸਾਨੂੰ। ਅੱਛਾ। ਉਸ ਤੋਂ ਬਾਅਦ ਅਸੀਂ ਆ ਕੇ ਜੰਗ ਪਾਏ। ਜੰਗ ਦੇ ਫਿਰ ਸਾਨੂੰ ਆ ਕੇ ਅਸੀਂ ਜੰਗ ਟੱਪੀਆਂ। ਉੱਥੇ ਫਿਰ ਪੁਲ ਸੀਗਾ ਆਪਣੇ, ਉਹ ਪੁਲ 'ਤੇ ਆ ਕੇ ਫਿਰ ਬੰਬਾਰਮੈਂਟ ਹੋ ਗਈ ਸਾਡੇ 'ਤੇ। ਅੱਛਾ ਜੀ। ਹਾਂ, ਪੁਲ ਦੇ ਕੁਛ ਬੰਦੇ ਪੁਲ ਤੋਂ ਪਿੱਛੇ ਰਹਿ ਗਏ, ਨਾਲੇ ਤੋਂ ਕੁਛ ਬਾਹਰ ਜੰਗ ਵਾਲੇ ਪੁਲ ਤੋਂ ਬਾਹਰ ਆ ਗਏ। ਫਿਰ ਉਸ ਤੋਂ ਬਾਅਦ ਅਸੀਂ ਆ ਕੇ ਸ਼ੀਲਾ ਗੇਟ 'ਤੇ ਪਹੁੰਚ ਗਏ। ਠੀਕ ਹੈ ਜੀ। ਸ਼ੀਲਾ ਗੇਟ ਤੋਂ ਗਏ ਅਸੀਂ। ਉਸ ਤੋਂ ਬਾਅਦ ਫਿਰ ਅਸੀਂ ਵਾਪਸ ਆਉਣ ਲੱਗੇ ਅਤੇ ਸਾਨੂੰ ਜਨਰਲ ਸਾਹਿਬ ਹਰਬਖਸ਼ ਮਿਲਿਆ। ਅੱਛਾ ਜੀ। ਉਸ ਨੇ ਸਾਨੂੰ ਵਾਪਸ ਮੋੜ ਕੇ ਕਹਿੰਦਾ ਨਹੀਂ, ਪਿੱਛੇ ਨਹੀਂ ਜਾਣਾ, ਵੀ ਵਾਪਸ ਚਲੋ। ਫਿਰ ਅਸੀਂ ਆਪਣੇ ਸ਼ੀਲਾ ਗੇਟ 'ਤੇ ਡਿਫੈਂਸ ਆ ਕੇ ਲਿਆ। ਫਿਰ ਉਸ ਤੋਂ ਬਾਅਦ ਬਾਕੀ ਦੂਜੀਆਂ ਬ੍ਰਿਗੇਡ ਪਲਟਣ ਆ ਗਈਆਂ, ਹੋਰ ਸਿੱਖਾਂ ਲੱਗ ਗਈ, ਫਸਟ ਸਿੱਖਾਂ ਲੱਗ ਗਈ, ਪੂਰੀਆਂ ਪਲਟਣਾਂ ਉੱਥੇ ਲੱਗੀਆਂ। ਫਿਰ ਡਿਫੈਂਸ ਲੱਗ ਗਿਆ, ਪੂਰਾ ਮੈਨ ਵਗੈਰਾ ਲਾਇਆ, ਸਭ ਕੁਛ ਲੱਗਿਆ। ਅੱਛਾ, ਉਸ ਤੋਂ ਬਾਅਦ ਜਦੋਂ ਤੁਸੀਂ ਇਹ ਡਿਫੈਂਸ ਲਾ ਲਿਆ, ਮੈਨ ਵਗੈਰਾ ਲਾ ਲਏ, ਉਸ ਤੋਂ ਬਾਅਦ ਫਿਰ ਉੱਥੇ ਕਿਵੇਂ ਲੜਾਈ ਚੱਲੀ? ਫਿਰ ਉਹ ਤੋਂ ਬਾਅਦ ਜੀ ਉਹਨਾਂ ਨੇ ਫਿਰ ਹਮਲਾ ਕਰਦੇ ਰਹੇ, ਹਮਲਾ ਕਰਦੇ ਸਾਡੇ 'ਤੇ ਆਏ। ਅਤੇ ਉਸ ਤੋਂ ਬਾਅਦ ਜਿੱਥੇ ਸਾਡਾ ਸਪਲਾਈ ਸੀਗਾ ਸ਼ੀਲਾ ਗੇਟ 'ਤੇ, ਉੱਥੇ ਇਹਨਾਂ ਨੇ ਇੱਕ ਸ਼ੇਰਗੜੀ ਵੀ ਜੀ ਟੱਪ ਕੇ ਹੁੰਦੇ ਹੋਏ ਸਾਡੇ 'ਤੇ ਆ ਕੇ ਫਿਰ ਉਹਨੇ ਕਬਜ਼ਾ ਕਰਤਾ, ਉੱਥੇ ਸਪਲਾਈ 'ਤੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਫਿਰ ਇਹ ਨਹੀਂ ਪਤਾ ਲੱਗਿਆ, ਕੱਟ ਆਫ ਹੋ ਗਿਆ, ਕਹਿੰਦੇ ਵੀ ਪਿੱਛੇ ਹਟ ਜਾਓ। ਮੈਂ ਉਸ ਟਾਈਮ 'ਤੇ LME 'ਤੇ ਸੰਤਰੀ ਸੀ, ਅਤੇ ਮੇਰਾ ਜਿਹੜਾ ਸੈਕਸ਼ਨ ਕਮਾਂਡਰ ਸੀਗਾ ਉਹ ਚਾਹ ਬਣਾਉਣ ਗਿਆ ਸੀ। ਕਹਿੰਦੇ ਚਾਹ ਲੈ ਕੇ ਉਹਨਾਂ ਤੁਸੀਂ ਖੜ੍ਹੇ ਰਹੋ। ਉਦੋਂ ਸਾਹ ਪਰ ਪਿੱਛੇ ਚਲੇ ਗਏ, ਅਤੇ ਮੈਨੂੰ ਇੱਕ ਸਾਡਾ ਹੌਲਦਾਰ ਸੀ ਕੁੱਤੀ ਆ, ਉਹ ਮੈਨੂੰ ਆ ਕੇ ਕਹਿੰਦਾ ਤੂੰ ਇੱਥੇ ਖੜ੍ਹਿਆ। ਮੈਂ ਕਿਹਾ ਮੈਂ ਫਿਰ ਉਸੇ ਦੇ ਨਾਲ ਆ ਗਿਆ। ਉਸ ਤੋਂ ਬਾਅਦ ਫਿਰ ਸਾਡੇ ਫਾਇਰਿੰਗ ਸ਼ੁਰੂ ਹੋਣ ਲੱਗੀ। ਜਦੋਂ ਉਸ ਨੂੰ ਟੱਪਣ ਨਾ ਲੱਗੇ, ਉੱਥੇ ਅਸੀਂ ਪੂਰੀ ਚਟਾਨ ਸੀਗਾ, ਚਟਾਨ ਦੇ ਉੱਤੇ ਲੰਮੇ ਪੈ ਗਏ ਤੋਂ ਰਿੜਕਣ ਤੋਂ ਬਾਅਦ ਫਿਰ ਪੱਥਰਾਂ ਪੁੱਜੀ ਟੱਪਦੇ ਅਸੀਂ ਜਾ ਕੇ ਸ਼ੀਲਾ ਗੇਟ ਪਾਰ ਕਰ ਗਏ। ਸ਼ੀਲਾ ਗੇਟ ਤੋਂ ਬਾਅਦ ਫਿਰ ਦੁਨੀਆ ਤੁਰੀ ਗਈ, ਮਗਰ ਅਸੀਂ ਜਾ ਕੇ ਟੂ ਬ੍ਰਿਜ 'ਤੇ ਪਹੁੰਚ ਗਏ। ਅੱਛਾ ਜੀ। ਜਦੋਂ ਅਸੀਂ ਟੂ ਬ੍ਰਿਜ 'ਤੇ ਜਾ ਕੇ ਦੇਖਿਆ
ਵੀ ਇਤਨੀ ਫਾਇਰਿੰਗ ਹੋ ਰਹੀ ਆ, ਇੰਨੀ ਡੈੱਡ ਬੋਡੀ ਪਈ ਆ। ਅਸੀਂ ਉੱਥੇ ਬੈਠੇ ਰਹੇ। ਜਦੋਂ ਮਾੜਾ ਸਵਾਖਾ ਹੋਣ ਲੱਗੇ ਅਸੀਂ ਜਾਣ ਲੱਗੇ। ਅਸੀਂ ਫਿਰ ਸਾਨੂੰ ਲੰਘਣ ਦਾ ਟਾਈਮ ਨਾ ਮਿਲਿਆ। ਅਸੀਂ ਇਹ 5 ਜਣੇ ਸੀ। ਅੱਛਾ ਜੀ। 5 ਜਣਿਆਂ ਨੇ ਕਿਹਾ ਵੀ ਤੁਸੀਂ ਆਪਾਂ ਇੱਥੇ ਪੁਲਿਸ ਲੈ ਕੇ ਡਿੱਟ ਜਾਓ। ਅਸੀਂ ਉਸੇ ਡੈੱਡ ਬੋਡੀ 'ਚ ਲੇਟੇ ਰਹੇ। ਉਦੋਂ ਬਾਅਦ ਫਿਰ ਜਦੋਂ ਸੁਹਾਖਾ ਹਨੇਰਾ ਹੋਇਆ ਅਸੀਂ ਨਾਲਾ ਟੱਪ ਕੇ ਬਾਅਦ ਫਿਰ ਜੰਗਲਾਂ ਜਾ ਵੜੇ। ਉਹ ਜਿਹੜੇ ਜੰਗਲਾਂ 'ਚ ਤੁਸੀਂ ਗਏ ਉਹ ਚਾਈਨਾ ਦੇ ਜੰਗਲ ਸੀ ਜਾਂ ਆਪਣੇ ਹਿੰਦੁਸਤਾਨ ਦੇ ਉਹ ਸੀ? ਆਪਣੇ ਜੰਗਲ ਸੀ। ਆਪਣੇ ਜੰਗਲ ਸੀ, ਪਰ ਤੁਸੀਂ ਪਲਟਣ ਨਾਲੋਂ ਅਲੱਗ ਹੋ ਗਏ? ਅਲੱਗ ਹੋ ਗਏ ਪਲਟਣ ਨਾਲ। ਕੋਈ ਨਹੀਂ ਸੀਗਾ, ਕੋਈ ਕਿਸੇ ਵਗਿਆ ਕੋਈ ਕਿਸੇ ਵਗਿਆ, ਕੋਈ ਪਤਾ ਨਹੀਂ ਲੱਗਿਆ। ਅੱਛਾ। ਹਾਂ, ਉਦੋਂ ਬਾਅਦ ਹੁੰਦਾ ਹੈ ਵੀ ਅਸੀਂ ਜੰਗਲਾਂ ਵਿੱਚ ਬਸ ਐਂ ਗੁਜ਼ਰਦੇ ਰਹੇ, ਫਿਰਦੇ ਰਹੇ। ਨਾਲ ਪਾਣੀ ਪੂਣੀ ਪੀ ਕੇ ਬਸ ਰਾਤਾਂ ਗੁਰ ਕੇ ਧੂਈਆਂ ਲਾ ਕੇ ਗਏ। ਹਾਂਜੀ। ਕਿੰਨੇ ਦਿਨ ਤੁਸੀਂ ਜੰਗਲ 'ਚ ਰਹੇ ਪਲਟਣ ਨਾਲੋਂ? ਅਸੀਂ ਤਕਰੀਬਨ 18-19 ਤੋਂ ਲੈ ਕੇ ਅਸੀਂ 5 ਤੱਕ ਰਹਿ ਗਏ। 18-19 ਨਵੰਬਰ ਤੋਂ ਲੈ ਕੇ 5 ਦਸੰਬਰ ਤੱਕ। ਹਾਂ। ਤੇ ਫਿਰ 5 ਦਸੰਬਰ ਨੂੰ ਕੀ ਹੋਇਆ ਉੱਥੇ? ਫਿਰ ਕਿਵੇਂ? ਉੱਥੇ ਅਸੀਂ ਜਦੋਂ ਸਾਡੇ ਨੂੰ ਪਤਾ ਲੱਗਿਆ ਵੀ ਸੀ ਕਿ ਸਵੇਰੇ ਜਦੋਂ ਉੱਠ ਕੇ ਜਾਣ ਲੱਗੇ, ਅਸੀਂ ਟੱਪੇ ਕਿ ਰਸਤੇ ਟੱਪੇ ਅਤੇ ਰਸਤੇ ਟੱਪੇ ਜਾ ਕੇ ਉਹਨਾਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਸਾਡੇ ਉੱਤੇ ਚਾਰੇ ਪਾਸੇ ਘੇਰਾ ਪਾ ਲਿਆ। ਸਾਡੇ ਨਾਲ ਮੇਰਾ ਹੌਲਦਾਰ ਸਾਧੂ ਸੀਗਾ ਹਾਕੀਆ। ਉਸ ਨੇ ਕਿਹਾ ਵੀ ਤੁਸੀਂ, ਉਹ ਜ਼ਖਮੀ ਹੋ ਗਿਆ। ਸਾਨੂੰ ਕਹਿੰਦਾ ਤੁਸੀਂ ਆ ਜਾਓ। ਕਹਿੰਦਾ ਵੀ ਆਪਣੇ ਚਾਰੇ ਪਾਸੇ ਘਿਰ ਗਏ ਆ, ਆਪਾਂ ਕਿਤੇ ਨਹੀਂ ਜਾ ਸਕਦੇ। ਅਸੀਂ ਉਹਦੇ ਕੋਲੇ ਆ ਗਏ। ਸਾਨੂੰ ਉਹਨਾਂ ਨੇ ਕੈਪਚਰ ਕਰ ਲਿਆ। ਕੱਚੇ ਬਾਅਦ ਸਾਡੇ ਸਾਰਾਂ 'ਚੋਂ ਬੁਲਟ ਕੱਢ ਕੇ ਸਾਨੂੰ ਰਾਈਫਲਾਂ ਖਾਲੀ ਫੜਾਤੀਆਂ। ਬਾਕੀ ਅੱਛਾ, ਜਦੋਂ ਤੁਹਾਨੂੰ ਫਿਰ ਕੈਦ ਕਰ ਲਿਆ ਉੱਥੇ ਕਿੰਨੇ ਦਿਨ ਤੁਹਾਨੂੰ ਉਹਨਾਂ ਨੇ ਕੈਦ ਰੱਖਿਆ? ਕਿਵੇਂ ਰੱਖਿਆ? ਕੀ ਖਾਣ ਨੂੰ ਦਿੰਦੇ ਸੀ? ਕਦੋਂ ਫਿਰ ਵਾਪਸ ਆਏ? ਅਸੀਂ ਉਸ ਤੋਂ ਬਾਅਦ ਉੱਥੇ ਸਾਨੂੰ ਜੀ ਲੈ ਗਏ। ਅਸੀਂ ਜਾ ਕੇ ਰਸਤੇ 'ਚ ਜਾਈ ਗਏ ਅਤੇ ਅਸੀਂ ਉੱਥੇ ਬੈਠੇ। ਸਾਨੂੰ ਡਰ ਰਿਹਾ ਵੀ ਸਾਨੂੰ ਉੱਥੇ ਮਾਰਨਗੇ। ਦੱਸਦੇ ਸੀ ਵੀ ਫਲਾਣੀ ਜਗ੍ਹਾ ਅਸੀਂ ਜਾ ਰਹੇ ਹਾਂ। ਵੀ ਚੱਲ ਠੀਕ ਆ, ਮਰਨਾ ਤਾਂ ਹੈਗਾ ਹੀ ਆ। ਵੀ ਚੱਲ ਗਏ ਤਾਂ ਉੱਥੇ ਸਾਨੂੰ ਇੱਕ ਇੰਜੀਨੀਅਰ ਦਾ ਬੰਦਾ ਬੈਠਿਆ ਸੀਗਾ। ਉਹਨੂੰ ਪੁੱਛਿਆ ਸੀ ਵੀ ਤੂੰ ਕਿੰਨੇ ਕੁ ਦਿਨ ਹੋ ਗਏ? ਕਹਿੰਦਾ ਮੈਨੂੰ 5-6 ਦਿਨ ਹੋ ਗਏ। ਕਹਿੰਦਾ ਮੈਂ ਬੈਠਿਆ। ਉਸ ਨਾਲ ਅਸੀਂ ਫਿਰ ਉਹਨੂੰ ਪਾ ਕੇ ਸਾਨੂੰ ਟੂ ਬ੍ਰਿਜ 'ਤੇ ਲੈ ਗਏ, ਜਿੱਥੇ ਸਾਡੇ ਆਪਣੇ ਜ਼ਖਮੀ ਬਹੁਤ ਹਾਲਤ ਸੀ। ਉੱਥੇ ਉਹਨਾਂ ਕੋਲੇ ਸਾਨੂੰ 2-4 ਦਿਨ ਰੱਖਿਆ। ਉਸ ਤੋਂ ਬਾਅਦ ਸਾਨੂੰ ਗੱਡੀਆਂ ਰਾਹੀਂ ਕੁਛ ਆਪਣਾ ਜਾ ਕੇ ਆਪਣੇ ਏਰੀਏ 'ਚ ਲੈ ਗਏ। ਅੱਛਾ, ਪਿੱਛੇ ਚਾਈਨਾ 'ਚ ਲੈ ਗਏ ਹਾਂ। ਅੱਛਾ, ਉੱਥੇ ਤੁਹਾਡੇ ਨਾਲ ਕਿਸ ਕਿਸਮ ਦਾ ਬਿਹੇਵ ਕੀਤਾ ਉਹਨਾਂ ਨੇ? ਖਾਣ ਨੂੰ ਕੀ ਦਿੰਦੇ ਸੀ? ਖਾਣ ਨੂੰ ਸਾਨੂੰ ਛੋਲੇ ਵਗੈਰਾ ਜਾਂ ਇਹੀ ਦਿੰਦੇ ਸੀਗੇ, ਜਾਂ ਸੱਤੂ ਦੀ ਰੋਟੀ ਦਿੰਦੇ ਸੀਗੇ। ਹਾਂ, ਨਹਾਉਣ ਨੂੰ ਬਹੁਤ ਮੁਸ਼ਕਿਲ ਸੀਗਾ। ਲੱਕੜਾਂ 'ਤੇ ਲਿਆ ਕੇ ਆਪਣਾ ਕਰੀ ਜਾਂਦੇ ਸੀ। ਉੱਥੇ ਫਿਰ ਤੁਹਾਨੂੰ ਉਹਨਾਂ ਨੇ ਖੁੱਲ੍ਹੇ ਛੱਡਿਆ ਜਾਂ? ਸਾਨੂੰ ਇੱਕ ਪਿੰਡ ਦਾ ਸੀਗਾ, ਪਿੰਡ ਵਾਂਗੂ ਸੀ, ਘਰ ਸੀ ਜਿਵੇਂ ਆਪਣੇ ਪਿੰਡਾਂ 'ਚ ਰਹਿਣਗੇ। ਉਸ ਘਰ 'ਚ 5-5, 10-10, 20 ਬੰਦੇ ਆਪਾਂ ਨੂੰ ਉਹਨੂੰ ਦਿੱਤੀ ਹੋਈ ਜਗ੍ਹਾ ਸੀਗਾ। ਉੱਥੇ ਰਹਿੰਦੇ ਸੀ। ਉਹਨਾਂ ਦੇ ਕੱਪੜੇ ਜਿਹੜੇ ਦਿੱਤੇ ਹੋਏ ਸੀਗੇ ਉਹੀ ਪਾ ਪੂ ਕੇ ਗੁਜ਼ਾਰਾ ਕਰਦੇ। ਕਿ ਬਰਫ਼ ਵਾਲੀ ਪੈਂਦੀ ਸੀਗੀ, ਨਹਾਉਣ ਨੂੰ ਟਾਈਮ ਨਹੀਂ ਮਿਲਦਾ ਸੀਗਾ। ਫਿਰ ਵੀ ਅਸੀਂ ਚੋਰੀਆਂ ਛਪੋਰੀਆਂ ਆਪਣਾ ਕੋਈ ਨਾ ਕੋਈ ਕੰਮ ਕਰਕੇ ਗਰਮ ਪਾਣੀ ਭਰ ਕੇ ਨਹਾਉਂਦੇ ਰਹੇ। ਨਹੀਂ, ਉਹਨਾਂ ਦਾ ਤੁਹਾਡੇ ਨਾਲ ਬਿਹੇਵ ਕਿਸ ਤਰ੍ਹਾਂ ਦਾ ਸੀ? ਵਰਤਾਅ ਕਿਸ ਤਰ੍ਹਾਂ ਦਾ ਸੀ? ਬਿਹੇਵੀਅਰ ਬਹੁਤ ਮਾੜੇ ਕਰਦੇ ਰਹੇ ਨੇਗੇ। ਜਦੋਂ ਕੋਈ ਚੀਜ਼ ਮੰਗਣੀ ਕਿ ਨਹੀਂ ਦੇਣਾ, ਫਲਾਣਾ ਕਰ ਦਾਂਗੇ ਧਮਕਾ। ਕੋਈ ਸਿਰਫ ਇੰਨੇ ਹੀ ਕਰਨਾ ਵੀ ਤੁਹਾਡਾ ਆਪਣਾ ਪ੍ਰਧਾਨ ਮੰਤਰੀ ਨਹਿਰੂ ਕਹੇਗਾ ਅਸੀਂ ਉਹਨੂੰ ਛੱਡ ਦਿਆਂਗੇ। ਸਾਡੇ ਨਾਲ ਕੋਈ ਨਹੀਂ, ਸਾਡੀ ਆਪਣੀ। ਅੱਛਾ, ਫਿਰ ਤੁਹਾਨੂੰ ਕਿਵੇਂ ਛੱਡਿਆ ਜੀ? ਸਾਨੂੰ ਜਦੋਂ ਉਸ ਤੋਂ ਬਾਅਦ ਫਿਰ ਸਾਨੂੰ ਲਾਸ਼ਾਂ ਲਿਜਾਣ ਵਾਸਤੇ ਕਿਸੇ ਨੇ ਤਿਆਰ ਕੀਤਾ ਸੀਗਾ। ਉਸ ਤੋਂ ਸਾਨੂੰ ਤੜਕੀ ਸਵੇਰ ਪਤਾ ਲੱਗਿਆ, ਕਹਿੰਦੇ ਸਾਨੂੰ ਅੱਜ ਅਸੀਂ ਵਾਪਸ ਜਾਣਾ, ਅਸੀਂ ਵੀ ਹੁਣ ਉੱਧਰ ਨਹੀਂ ਜਾਣਾ। ਕਿੰਨੇ ਚਿਰ ਤੁਸੀਂ ਉਹਨਾਂ ਦੀ ਕੈਦ ਦੇ ਵਿੱਚ ਰਹੇ? ਅਸੀਂ 6 ਮਹੀਨੇ ਰਹੇ ਹਾਂ। ਅਤੇ ਫਿਰ ਤੁਹਾਨੂੰ 6 ਮਹੀਨਿਆਂ ਬਾਅਦ ਉਹਨਾਂ ਨੇ ਰਿਲੀਜ਼ ਕਰਤਾ, ਛੱਡਤਾ? ਹਾਂ, 6 ਮਹੀਨੇ ਸਾਨੂੰ UN ਨੂੰ ਆਪਣਾ ਦੇਤਾ ਕਿ ਫਿਰ UN ਵਾਲੇ ਕਿੱਥੇ ਲਗਾਏ? UN ਸਾਨੂੰ ਫਿਰ ਉੱਥੋਂ ਆ ਕੇ ਅਸੀਂ ਟਵਾਂਗ ਆਏ। ਟਵਾਂਗ ਰਹੇ। ਟਵਾਂਗ ਤੋਂ ਬਾਅਦ ਅਸੀਂ ਆ ਕੇ ਮਿਸਾਮਰੀ ਕੋਲੇ ਉੱਥੇ ਰਹੇ ਆ ਗਏ। ਪਲਟਣ 'ਚ ਵਾਪਸ ਆ ਗਏ? ਹਾਂ, ਪਲਟਣ ਵਾਪਸ ਆ ਗਏ। ਅੱਛਾ, 62 ਦੀ ਲੜਾਈ ਤੋਂ ਬਾਅਦ ਫਿਰ 1965 ਦੀ ਲੜਾਈ 'ਚ ਕਿੱਥੇ ਸੀ ਜੀ ਤੁਸੀਂ? 1965 ਦੀ ਲੜਾਈ ਦੇ ਵਿੱਚ ਅਸੀਂ ਪਹਿਲਾਂ ਬੰਗਲਾਦੇਸ਼ ਕਨੀ ਸਾਨੂੰ ਮਿਲਿਆ ਸੀ ਆਰਡਰ ਵੀ ਉੱਥੇ ਹਮਲਾ ਕਰਨਾ। ਉਸ ਤੋਂ ਬਾਅਦ ਅਚਾਨਕ ਹੀ ਫਿਰ ਸਾਨੂੰ ਆਰਡਰ ਮਿਲ ਗਿਆ ਮਿਸਾਮਰੀ ਤੋਂ ਵੀ ਤੁਸੀਂ ਗੱਡੀ ਤਿਆਰ ਆ, ਤੁਸੀਂ ਪੰਜਾਬ ਨਹੀਂ ਜਾਣਾ, ਡੇਰਾ ਬਾਬਾ ਨਾਨਕ ਦੇ ਤੁਸੀਂ ਕਨੀ ਏਰੀਆ ਲੈਣਾ। ਉੱਥੋਂ ਬਾਅਦ ਅਸੀਂ ਆਏ, ਗੱਡੀ ਆਈ ਅਤੇ ਸਾਡੀ ਆ ਕੇ ਆਪਣਾ ਉੱਥੇ ਰੁਕੀ। ਅਤੇ ਉਸ ਤੋਂ ਬਾਅਦ ਉੱਥੇ ਸਾਡੇ ਬੰਬਾਰਮੈਂਟ ਹੋ ਗਈ। ਕਿੱਥੇ ਹੋ ਗਈ ਬੰਬਾਰਮੈਂਟ? ਉਹ ਆਪਣਾ ਸੀਗਾ ਲੋਧਿਆਂ ਦੇ ਕੋਲੇ
ਸਾਹਨੇਵਾਲ ਸਟੇਸ਼ਨ ਸਾਹਨੇਵਾਲ ਸਟੇਸ਼ਨ ਸਾਹਨੇਵਾਲ ਸਟੇਸ਼ਨ ਸਾਹਨੇਵਾਲ ਸਟੇਸ਼ਨ ਤੇ ਹਵਾਈ ਫਾਇਰਿੰਗ ਹੋ ਗਈ। ਹਾਂ ਹਵਾਈ ਫਾਇਰਿੰਗ ਹੋ ਗਈ। ਉੱਥੋਂ ਕੇ ਫਿਰ ਅਸੀਂ ਜਾਨੂੰ ਉੱਥੋਂ ਜਾ ਕੇ ਆਪਣਾ ਦਰਾਹਾ ਨਹਿਰ ਦੇ ਉੱਤੇ ਡਿਫੈਂਸ ਨੂੰ ਮਿਲ ਗਿਆ ਵੀ ਤੁਸੀਂ ਉੱਥੇ ਆਪਣਾ ਡਿਫੈਂਸ ਲਓ। ਅੱਛਾ, ਫਿਰ ਤੁਸੀਂ ਦਰਾਹੇ ਹੀ ਮਤਲਬ ਦਰਾਹਾ ਨਹਿਰ ਦੇ ਅਸੀਂ ਫਿਰ ਕਾਫੀ ਚਿਰ ਅਸੀਂ ਦਰਾਹੇ ਦੇ ਰਹੇ। ਅੱਛਾ ਤੇ ਫਿਰ 1971 ਦੇ ਵਿੱਚ ਤੁਸੀਂ ਕਿਹੜੀ ਪਲਟਨ ਸੀ, ਕਿਹੜੇ ਜਗ੍ਹਾ ਤੇ ਲੜਾਈ ਲੜੀ ਹੈ? 1971 ਦੇ ਵਿੱਚ ਮੈਂ ਨੈਣ ਸਿੰਘ ਦੇ ਵਿੱਚ ਸੀਗਾ। ਕਿੱਥੇ ਲੜਾਈ ਲੜੀ? ਮੈਂ 1900 ਉੱਤੇ ਸੀ ਲੜੀਆ ਤੰਗਤਾਰ ਤੋਂ ਲੈ ਕੇ ਪਹਿਲਾਂ ਤੰਗਤਾਰ ਸੀਗਾ, ਤਾਇਆ ਗੌਂਡਾ ਪਿਸਟਾਂ ਦੇ ਸੀਗਾ। ਉੱਥੇ ਸਾਨੂੰ ਮਿਲਿਆ ਸੀਗਾ ਬਾਰਾਮੂਲਾ ਤੋਂ ਬਾਅਦ ਜਾ ਕੇ ਤੁਸੀਂ ਉੱਥੇ ਅੱਗੇ ਜਾਓ। ਅਸੀਂ ਫਿਰ ਸ਼ੀਲਾ ਮਾਰੀ ਇਹਨਾਂ ਪੋਸਟਾਂ 'ਤੇ ਗਏ। ਫਿਰ ਉਸ ਤੋਂ ਬਾਅਦ ਜਾ ਕੇ ਸਾਨੂੰ ਅੱਗੇ ਠੰਡਾ ਪਾਣੀ ਸ੍ਰੀ ਪੈਂਪਲ 'ਤੇ ਟੈਕ ਕਰਨ ਵਾਸਤੇ ਮਿਲਿਆ ਸੀਗਾ। ਅਸੀਂ ਉੱਥੇ ਹਮਲਾ ਕੀਤਾ। ਤੁਸੀਂ ਹਮਲਾ ਕੀਤਾ, ਫਿਰ ਉਸ ਹਮਲਾ ਕਿਵੇਂ ਹੋਇਆ? ਉਹ ਹਮਲੇ ਦੇ ਵਿੱਚ ਕੀ ਮਤਲਬ ਪ੍ਰਾਪਤੀਆਂ ਹੋਈਆਂ, ਕੀ ਆਪਣਾ? ਹਮਲੇ ਦੇ ਵਿੱਚ ਅਸੀਂ ਸਾਰਾ ਪੂਰਾ KV ਜਿਹੜਾ ਏਰੀਆ ਸੀ ਉਹ 9500 ਪੋਸਟ ਉਹ ਲਈ, ਸ੍ਰੀ ਪੈਂਪਲ ਲਿਆ ਅਤੇ ਕਈਆਂ ਦਾ ਸਾਈਟ ਸਾਰਾ ਏਰੀਆ ਲੈ ਲਿਆ ਸੀ। ਇਸ ਲੜਾਈ ਤੋਂ ਬਾਅਦ 1971 ਦੀ ਲੜਾਈ ਤੋਂ ਬਾਅਦ ਫਿਰ ਤੁਸੀਂ ਕਿੱਥੇ ਨੌਕਰੀ ਕੀਤੀ? 1971 ਤੋਂ ਬਾਅਦ ਫਿਰ ਮੈਂ ਨਾਗਾਲੈਂਡ ਚਲਾ ਗਿਆ। ਅੱਛਾ 1971 ਤੋਂ ਬਾਅਦ ਨਾਗਾਲੈਂਡ ਦੇ ਵਿੱਚ ਰਿਹਾ। ਨਾਗਾਲੈਂਡ 'ਚ ਡਿਊਟੀ ਕੀਤੀ। ਅੱਛਾ ਤੇ ਨਾਲੇ ਤੁਸੀਂ ਉਹ ਦੱਸਦੇ ਸੀ ਮੈਨੂੰ ਵੀ ਇਹਨਾਂ ਤਿੰਨਾਂ ਲੜਾਈਆਂ ਤੋਂ ਬਿਨਾਂ ਤੁਸੀਂ ਇੰਡੀਅਨ ਕੀਪ ਫੋਰਸ ਜਿਹੜੀ ਸ਼੍ਰੀਲੰਕਾ ਦੇ ਵਿੱਚ ਗਈ ਸੀ ਉਹਦੇ 'ਚ ਵੀ ਗਏ। ਉਹ ਕਿਵੇਂ ਗਏ ਜੀ, ਕਿੱਥੋਂ ਗਏ ਸੀ? ਉਹ ਅਸੀਂ ਲਖਨਊ ਤੋਂ ਸਾਨੂੰ ਆਰਡਰ ਮਿਲਿਆ ਸੀਗਾ ਵੀ ਸ਼੍ਰੀਲੰਕਾ 'ਚ ਜੀ ਉੱਥੇ ਜਾਣਾ। ਉੱਥੇ ਲਖਨਊ 'ਚ ਅਸੀਂ ਫਿਰ ਜਾ ਕੇ ਸਾਨੂੰ ਆਰਡਰ ਮਿਲਿਆ। ਅਸੀਂ ਜਾ ਕੇ ਮਦਰਾਸ ਜਾ ਕੇ ਪਹੁੰਚੇ। ਮਦਰਾਸ ਤੋਂ ਬਸ 22,000 ਸਾਨੂੰ ਜਾਫਨਾ 'ਚ ਪੈ ਗਿਆ। ਜਾਫਨਾ? ਹਾਂ। ਅੱਛਾ, ਫਿਰ ਜਾਫਨਾ ਤੋਂ ਫਿਰ ਅਸੀਂ 15 ਅਕਤੂਬਰ ਨੂੰ ਅੱਛਾ ਸਾਨੂੰ ਹਮਲੇ ਨੂੰ ਮਿਲਿਆ। 15 ਅਕਤੂਬਰ ਕਿਹੜੇ ਸਨ 'ਚ? 1987 'ਚ? 87 'ਚ 1987 ਵਿੱਚ ਸਾਨੂੰ ਆਰਡਰ ਮਿਲਿਆ ਵੀ ਤੁਸੀਂ ਉੱਥੇ ਜਾਫਨਾ ਕਿਲੇ ਨੂੰ ਕੈਪਚਰ ਕਰਨਾ, ਅੰਦਰ ਜਾਣਾ। ਅਸੀਂ ਉਸ ਦਿਨ 'ਤੇ ਸਾਈਡ ਦੇ ਪਾਸ ਜਾ ਕੇ ਅਸੀਂ ਬਾਈਪਾਸ ਹੁੰਦੇ ਹੋਏ ਇੱਕ ਨੂਨੀ ਰਾਜ ਰਾਈਫਲ ਸੀ, ਇੱਕ 16 ਸਿੱਖ ਸੀ। ਅਸੀਂ ਉੱਥੇ ਜਾ ਕੇ ਜਾ ਕੇ ਕਿਲੇ ਨੂੰ ਕਬਜ਼ੇ ਕੀਤਾ। ਅੱਛਾ, ਉਸ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ ਕਿੰਨਾ ਟਾਈਮ ਰਹੇ ਟੋਟਲ? ਮੈਂ 2 ਸਾਲ ਲਗਾਤਾਰ 2 ਸਾਲ ਰਹੇ। 2 ਸਾਲ ਲਗਾਤਾਰ 2 ਸਾਲ ਰਹੇ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਤੁਸੀਂ ਕਦੋਂ ਪੈਨਸ਼ਨ ਆਏ? ਮੈਂ ਆਪਣਾ 1999 'ਚ ਆ ਗਿਆ। 30 ਅਕਤੂਬਰ 1999 'ਚ? ਹਾਂ 30 ਅਕਤੂਬਰ ਨੂੰ ਆ ਗਿਆ, ਆਊਟ ਹੋ ਗਿਆ। ਠੀਕ। ਇਹ ਸਨ ਜੀ ਸੂਬੇਦਾਰ ਦਰਸ਼ਨ ਸਿੰਘ ਦਾਤੇਵਾਸ, ਜਿਨ੍ਹਾਂ ਨੇ 3 ਲੜਾਈਆਂ ਤੋਂ ਬਿਨਾਂ ਇੰਡੀਅਨ ਕੀਪ ਫੋਰਸ ਜਿਹੜੀ ਕਿ ਸ਼੍ਰੀਲੰਕਾ ਦੇ ਵਿੱਚ ਗਈ ਸੀ ਉਹਨਾਂ ਦੇ ਵਿੱਚ ਵੀ ਕੰਮ ਕੀਤਾ ਹੈ। ਅੱਛਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਥੋਂ ਪੁਰਾਣੀਆਂ ਗੱਲਾਂ ਪੁੱਛੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।